लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। जी का खालसा वाहिगुरु जी की फतेह। अंग है 408। ਹੁਣ तक 151 शब्द संपूर्ण होए ने। आसा महला पंजवा, घर 15वां, पड़ताल। एक ओंकार सतगुर प्रसाद। विकार माया माद सोयो, सूझ बूझ ना आवे। आसा महला पंजवा, आसा महला पंजवा, घर 15वां, घर 15वां, पड़ताल। पड़ताल। एक ओंकार एक ओंकार सतगुर प्रसाद। सतगुर प्रसाद। विकार माया माद सोयो, विकार माया माद सोयो, सूझ बूझ ना आवे। सूझ बूझ ना आवे। पकड़ केस जम उठारियो, केस जम उठारियो, तद ही कर जावे। ही कर जावे। लोभ बिखिया बिखै लागे, लोग लिखिया लिखै लागे। फिर वित चित्त दुखाही। चित चित दुखाई। खिन भंगुना कै मान माते, असुर जानै नाही। रहाओ वेद शास्त्र जन पुकारै, वेद शास्त्र जन पुकारै। सुनै नाही डोरा, नाही डोरा। निपट बाजी हार मूका। बाजी हार मुका। पछतायो मन भोरा, सतायो मन पूरा। दान सगल गैर वजै, दान सगल गैर वजह भया। दान सगल गैर वजह भरिया। दान सगल गैर वजह भया। दीवान लेखै ना परिया, दीवान लेखै ना परिया। जह कारज रहै ओला, काज है भोला। सोए काम ना करया। कोई काम ना करया। ऐसो जग मोहे गुर दिखायो, ऐसो जग मोहे गुर दिखायो। ता एक कीरत गाया। और एक कीरत गाया। मान तान तज सियाणप, मान तान तज सियाणप। शरण नानक आया। नानक आया। आसा महला पंजवा, घर 15वां, पड़ताल। एक ओंकार सतगुर प्रसाद। पंचम पातशाह ਇਹ ਸ਼ਬਦ 15ਵੇਂ ਘਰ ਵਿੱਚ ਗਾਉਣ ਦੀ ਤਕੀਦ ਕਰਦੇ ਨੇ। ਪੜਤਾਲ ਹੈ ਕਿ ਤਾਲਾਂ ਨੂੰ ਬਦਲ ਕੇ ਇਸ ਸ਼ਬਦ ਨੂੰ ਗਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਆਪਾਂ ਕਵਾਲੀਆਂ ਗਾਉਂਦੇ ਨੇ, ਉਹਨੂੰ ਕਿਸੇ ਤੁਰ ਸੁਰ ਵਿੱਚ ਉੱਚੀ ਸੁਰ 'ਚ, ਨੀਵੀਂ ਸੁਰ 'ਚ, ਨੀਵੀਂ ਤੋਂ ਫਿਰ ਉੱਚੀ ਸੁਰ 'ਚ। ਇਸ ਦਾ ਨਾਂ ਇਹਨੂੰ ਪੜਤਾਲ। ਗਾਉਣੀ ਔਖੀ ਹੈ। ਇਹ ਰਾਗੀ ਨੇ ਜਿਹੜੇ ਉਹਨਾਂ ਵਾਸਤੇ ਮਾਰੇ ਨੇ ਤਕੀਦ ਕੀਤੀ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਵਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੇ। ਇਹ ਮਨੁੱਖ ਦੀ ਹਾਲਤ ਦਾ ਨਕਸ਼ਾ ਖਿੱਚਦੇ ਨੇ ਅਗਿਆਨਤਾ ਕਾਰਨ। ਉਹਦੀ ਜਿਹੜੀ ਹਾਲਤ ਹੈ ਵੀ ਮਨੁੱਖ ਆਪਣੀ ਹਾਲਤ ਕਿਹੋ ਜਿਹੀ ਕਰ ਲੈਂਦਾ ਹੈ, ਬਾਅਦ ਚ ਨਾਲ ਉਹਦਾ ਇਲਾਜ ਵੀ ਦੱਸਦੇ ਨੇ। ਇਹ ਸ਼ਬਦ ਇਸ ਤਰ੍ਹਾਂ ਆਰੰਭ ਹੋਏ ਕਿ ਵਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੇ। ਪਕੜ ਕੇਸ ਜਮ ਉਠਾਰਿਓ, ਤਦ ਹੀ ਘਰ ਜਾਵੇ। ਕਿਨੇ ਹਾਲਤ ਮਨੁੱਖ ਦੀ ਇਹ ਹੈ ਕਿ ਵਿਕਾਰਾਂ ਵਿੱਚ ਫਸਿਆ ਹੋਇਆ, ਮਾਇਆ ਦੀ ਮਸਤੀ ਵਿੱਚ ਸੁੱਤਾ ਪਿਆ, ਅਗਿਆਨਤਾ ਦੀ ਨੀਂਦ ਵਿੱਚ। ਕੋਈ ਸੂਝ ਨਹੀਂ, ਕੋਈ ਬੂਝ ਨਹੀਂ, ਚੰਗਾ ਕੀ ਹੈ, ਮਾੜਾ ਕੀ ਹੈ, ਖਾਦ ਅਖਾਦ ਜੋ ਆਇਆ, ਭੱਖ ਅਭੱਖ ਸਭ ਖਾਈ ਪਿਆ। ਕਿਨੇ ਪਤਾ ਹੀ ਨਹੀਂ ਕੀ ਕਰਨਾ ਹੈ, ਬਸ ਪੈਸਾ ਚਾਹੀਦਾ ਜਿੱਥੋਂ ਮਰਜ਼ੀ ਆ ਜਾਏ। ਇੱਕ ਚੀਜ਼ ਦੇ ਪਿੱਛੇ ਤੁਰ ਪਿਆ ਵੀ ਜਿੱਥੋਂ ਮਰਜ਼ੀ ਆ ਜਾਏ, ਇਹ ਪੈਸਾ ਚਾਹੀਦਾ। ਇਧਰ ਨੂੰ ਤੁਰ ਪਿਆ, ਅੰਨਾ ਹੋ ਗਿਆ। ਆਪਾਂ ਕਹਿੰਦੇ ਫਲਾਣਾ ਬੰਦਾ ਤੇ ਅੰਨਾ ਹੀ ਹੋ ਗਿਆ ਜੀ, ਉਹ ਚੀਜ਼ ਬਣ ਗਈ। ਪਕੜ ਕੇਸ ਜਮ ਉਠਾਰਿਓ, ਜਦੋਂ ਜਮਾ ਨੇ ਫੜਿਆ ਕੇਸਾਂ ਤੋਂ, ਭਾਵ ਮੌਤ ਦਾ ਨਜ਼ਦੀਕ ਆਇਆ, ਤਦ ਹੀ ਘਰ ਜਾਵੇ, ਉਦੋਂ ਘਰੇ ਜਾਂਦਾ ਬੰਦਾ। ਆਪਾਂ ਸੰਸਾਰਕ ਤੌਰ ਤੇ ਵੀ ਵੇਖਦੇ ਹਾਂ, ਕਈ ਵਾਰੀ ਨਸ਼ੇੜੀ ਨੇ ਜਿਹੜੇ ਪਏ ਹੁੰਦੇ ਨੇ ਬੜੀ ਡੂੰਘੀ ਮਿਰਤੀ 'ਚ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਪਏ ਆ। ਜਦੋਂ ਕੋਈ ਫੜ ਕੇ ਠਾਉਂਦਾ ਉਹਨਾਂ ਨੂੰ ਵੀ ਤੂੰ ਕਈ ਘਰ ਨਹੀਂ ਜਾਣਾ, ਰਾਤ ਦੇ 10 ਵਜੇ ਨੇ, 11 ਵਜੇ ਪਿਆ ਇੱਥੇ ਸੁੱਤਾ। ਇਹੀ ਹਾਲਤ ਅਗਿਆਨਤਾ ਵਾਲੇ ਮਨੁੱਖ ਦੀ ਵੀ ਹੈ। ਉਦੋਂ ਫਿਰ ਘਰ ਨੂੰ ਤੁਰਦਾ, ਫਿਰ ਸੋਚਦਾ ਕਿ ਮੈਂ ਤੇ ਹੁਣ ਤੱਕ ਇੰਨੀ ਵਾਰ ਲੰਘ ਆਇਆ, ਜੀਵਨ ਦਾ ਇੰਨਾ ਸਮਾਂ ਲੰਘਾ ਬੈਠਾ, ਇਹਨਾਂ ਕੰਮਾਂ 'ਚੋਂ ਮੈਂ ਕੀ ਕੱਢਿਆ। ਕਿਉਂਕਿ ਵੇਖਦੇ ਆ ਸਾਡੇ ਕੋਲੇ ਸਾਹ ਦੇ ਮਰੀਜ਼ ਆਉਂਦੇ, TB ਦੇ ਪੇਸ਼ੈਂਟ ਆਉਂਦੇ ਨੇ। ਹੁਣ ਕਹੀਦਾ ਵੀ ਤੁਸੀਂ ਬੀੜੀਆਂ ਇਹ ਨਸ਼ੇ ਜਿਹੜੇ ਛੱਡ ਦਿਓ। ਕਹਿੰਦੇ ਜੀ ਬਸ ਹੁਣ ਤਾਂ ਛੱਡਦੀਆਂ, ਕੱਲ੍ਹ ਤੋਂ। ਕਿੰਨਾ ਚਿਰ ਤੋਂ ਪੀਤੀਆਂ? 20 ਸਾਲ ਤੋਂ। ਮੈਂ ਕੁਝ ਲੱਭਿਆ ਕਿ ਨਹੀਂ ਲੱਭਿਆ? ਤਾਂ ਕੁਝ ਨਹੀਂ ਜੀ, ਲੱਭੇ ਤੇ ਇਹੀ ਵੀ ਆਪਣੇ ਫੇਫੜੇ ਖਰਾਬ ਕੀਤੇ ਨੇ, ਹੋਰ ਕੁਝ ਨਹੀਂ ਕੀਤਾ। ਉਹਨਾਂ ਕੋਲੇ ਫਿਰ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਜੇ ਕਿਤੇ ਤੰਦਰੁਸਤ ਬੰਦੇ ਨੂੰ ਕਹਿ ਦਿਓ ਨਾ ਤੁਸੀਂ ਵੀ ਇਹ ਨਸ਼ਾ ਮਾੜਾ ਹੈ, ਉਹ ਕਹਿੰਦੇ ਤੁਸੀਂ ਕਿਤੇ ਕੀਤਾ ਜੀ? ਅਸੀਂ ਕਿ ਨਹੀਂ ਜੀ। ਕਹਿੰਦੇ ਫਿਰ ਕਰਕੇ ਵੇਖਿਓ ਜੀ। ਉਹ ਅੱਗੋਂ ਟਿਚਰਾ ਕਰਦੇ, ਮਖੌਲ ਕਰਦੇ, ਪਰ ਜਦੋਂ ਫਿਰ ਗਲਬਾ ਪੈਂਦਾ ਫਿਰ ਹੁੰਦੇ, ਫਿਰ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਪੱਲੇ ਹੁੰਦਾ। ਇਸੇ ਮਗਰ ਉਦੋਂ ਘਰ ਨੂੰ ਤੁਰਦਾ ਬੰਦਾ, ਪਿਛਾਂਹ ਨੂੰ ਮੁੜਦਾ ਹੈ। ਲੋਭ ਵਿਖਿਆ ਲਾਗੇ, ਹਿਰ ਵਿਤ ਚਿੱਤ ਦੁਖਾਹੀ। ਖਿਨ ਭੰਗਨਾ ਕੈ ਮਾਨ ਮਾਤੇ, ਅਸੁਰ ਜਾਣੈ ਨਾਹੀ। ਕਹਿੰਦੇ ਲੋਭ ਵਿੱਚ ਆ ਕੇ ਵਿਖਿਆ, ਇਹ ਜ਼ਹਿਰ ਇਕੱਠੀ ਕਰਦੇ ਨੇ, ਇਹ ਜ਼ਹਿਰ ਵਾਲੇ ਪਾਸੇ ਲੱਗ ਗਏ। ਹਿਰ ਵਿਤ ਚਿੱਤ ਦੁਖਾਹੀ, ਦੂਜਿਆਂ ਦਾ ਧਨ ਚਰਾਉਂਦੇ ਨੇ, ਠੱਗੀਆਂ ਮਾਰਦੇ ਨੇ, ਰਿਸ਼ਵਤਾਂ ਲੈਂਦੇ ਨੇ, ਝੂਠ ਬੋਲਦੇ ਨੇ। ਕਿਉਂਕਿ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਉਹ ਚੀਜ਼ ਇਕੱਠੀ ਕਰਨ ਲੱਗੇ ਹੋਏ ਨੇ। ਜੇ ਕੋਈ ਕਹੇ ਕਿ ਆਪਣੀ ਕੋਈ ਅੰਦਰੋਂ ਖੁਸ਼ ਹੋ ਕੇ ਕਿਸੇ ਨੂੰ ਕੋਈ ਰਿਸ਼ਵਤ ਦਿੰਦਾ ਹੈ ਆਪਣਾ ਕੰਮ ਕਰਾਉਣ ਵਾਸਤੇ, ਨਹੀਂ, ਮਜਬੂਰੀ 'ਚ ਫਸਿਆ ਹੁੰਦਾ। ਉਹਨੂੰ ਪਤਾ ਕਿ ਜਦ ਤੱਕ ਇਹਨੂੰ ਕੁੱਤੇ ਨੂੰ ਰੋਟੀ ਨਹੀਂ ਪਏਗੀ ਇਹਨੇ ਜਾਣ ਨਹੀਂ ਦੇਣਾ ਮੈਨੂੰ ਅੱਗੇ। ਇਹ ਸਾਡੇ ਸਮਾਜ ਦਾ ਇੱਕ ਬਹੁਤ ਵੱਡੀ ਦੁਖਾਂਤ ਹੈ। ਇਸੇ ਕਰਕੇ ਮਗਰ ਉਹ ਚਿੱਤ ਦਿਖਾਉਂਦੇ ਨੇ, ਲੋਕਾਂ ਦਾ ਦੂਜੇ ਦਾ ਦਿਲ ਦਿਖਾਉਂਦੇ ਨੇ। ਖਿਨ ਭੰਗਨਾ ਕੈ ਮਾਨ ਮਾਤੇ, ਇੱਥੇ ਮਗਰ ਜਿਹੜੀਆਂ ਚੀਜ਼ਾਂ ਇੱਕ ਸਕਿੰਟ ਵਿੱਚ ਨਾਸ ਹੋਣ ਵਾਲੀਆਂ ਨੇ। ਖਿਨ ਭੰਗਣ ਭਾਵ ਇੱਕ ਸਕਿੰਟ ਲੱਗਦਾ ਖਤਮ ਹੋਣ ਨੂੰ। ਖਿਨ ਭੰਗਣਾ ਕੈ ਮਾਨ ਮਾਤੇ, ਅਸੁਰ ਜਾਣੈ ਨਾਹੀ। ਕਹਿੰਦੇ ਉਹਦੇ 'ਚ ਮਸਤ ਹੋਏ ਬੈਠੇ ਨੇ ਕਿ ਸਾਡੇ ਕੋਲ ਆਹ ਚੀਜ਼ਾਂ ਨੇ। ਬੇਸਮਝ ਬੇਸੁਰੇ ਬੰਦੇ ਇਸ ਗੱਲ ਨੂੰ ਜਾਣਦੇ ਨਹੀਂ, ਸਮਝਦੇ ਨਹੀਂ ਕਿ ਅਸੀਂ ਇਕੱਠਾ ਕੀ ਕਰਦੇ ਪਏ ਹਾਂ। ਜੋ ਚੀਜ਼ ਇਕੱਠੀ ਕਰਦੇ ਪਏ ਹਾਂ ਉਹ ਜਾਣ ਲੱਗਿਆ ਸਕਿੰਟ ਲੱਗਦਾ ਇੱਕ। ਰਹਾਉ ਵੇਦ ਸ਼ਾਸਤਰ ਜਨ ਪੁਕਾਰੈ, ਸੁਣੈ ਨਾਹੀ ਡੋਰਾ। ਸਾਡੀਆਂ ਧਾਰਮਿਕ ਪੁਸਤਕਾਂ, ਵੇਦ ਸ਼ਾਸਤਰ, ਸਿਮਰਤੀਆਂ ਪੁਕਾਰ ਪੁਕਾਰ ਕੇ ਕਹਿੰਦੀਆਂ, ਪਰ ਮਨੁੱਖ ਗੋਲਾ ਹੋਇਆ ਪਿਆ, ਸੁਣਦਾ ਨਹੀਂ। ਬਾਣੀ ਨੂੰ ਪੜ੍ਹਦੇ ਵੀ ਆ, ਆਉਣੇ ਵੀ ਆ, ਪਰ ਸੁਣਦੇ ਨਹੀਂ। ਸੁਣਿਆਂ ਦੀਆਂ 4 ਪੌੜੀਆਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਆ ਕਿ ਸੁਣਨ ਨਾਲ ਇਹ ਕੁਝ ਵਾਪਰਦਾ ਹੈ। ਜੇ ਕਿਤੇ ਸੁਣ ਲਏ ਮਨ, ਕਿਉਂਕਿ ਮਨ ਨਹੀਂ ਸੁਣਦਾ, ਸਰੀਰ ਬੈਠਾ ਹੈ, ਮਨ ਕਿਤੇ ਹੋਰ ਹੈ। ਜਿਹਨੇ ਸੁਣਨਾ ਨਿਕਲ ਜਾਂਦਾ। ਸੁਣਿਆ ਨਾਹੀ ਡੋਰਾ, ਨਿਪਟ ਬਾਜੀ ਹਾਰ ਮੁਕਾ, ਪਛਤਾਇਓ ਮਨ ਭੋਰਾ। ਬਾਜੀ ਨਿਪਟ ਗਈ
ਭਾਵ ਮੌਤ ਨੇੜੇ ਆ ਗਈ। ਤੇ ਹੁਣ ਕੀ ਹੋਇਆ? ਹੁਣ ਕੋਲੇ ਪਛਤਾਵਾ ਹੈ। ਇਹ ਮਨ ਪਛਤਾਵੇ ਨਾਲ ਝੁਲਦਾ ਪਿਆ। ਭੋਰਾ ਤੋਂ ਭਾਵ ਹੈ ਭੋਲਾ ਹੋਇਆ। ਇਹ ਮਨ ਵਿੱਚ ਭੋਲਾ ਸੀ, ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਕਰਨ ਆਇਆ ਸੀ ਤੇ ਕਰ ਕੀ ਬੈਠਾ। ਜਿਹੜੀ ਚੀਜ਼ਾਂ ਮੈਂ ਇਕੱਠੀਆਂ ਕਰਦਾ ਰਿਹਾ ਉੱਤੇ ਐਵੇਂ ਸਵਾਈ ਇਕੱਠੀ ਕਰੀ ਗਿਆ। ਹੁਣ ਤੋਂ ਬਾਅਦ ਚ ਪਤਾ ਲੱਗਿਆ ਕਿ ਮਨਾ ਜਿਹੜੀ ਚੀਜ਼ ਤੂੰ ਇਕੱਠੀ ਕਰੀ ਬੈਠਾ ਸੀ ਇਹ ਤਾਂ ਤੇਰੇ ਨਾਲ ਨਹੀਂ ਜਾਏਗੀ, ਇਹ ਤਾਂ ਤੂੰ ਨਹੀਂ ਇਕੱਠੀ ਕੀਤੀ। ਦਾਨ ਸਗਲ ਗਹਿਰ ਵਜ਼ੈ ਭਰਿਆ, ਦੀਵਾਨ ਲੇਖੈ ਨਾ ਭਰਿਆ। ਕਹਿੰਦੇ ਇਸ ਤਰ੍ਹਾਂ ਦੂਜਿਆਂ ਲਈ ਡੰਡ ਭਰਦਾ ਰਿਹਾ। ਇੱਥੇ ਗੈਰ ਵਜ਼ੈ ਭਰਿਆ, ਗੈਰ ਵਜ਼ੈ ਭਾਵ ਹੋਰਾਂ ਲਈ ਤਨਖਾਹ ਕਰਦਾ ਰਿਹਾ। ਉੱਤੇ ਭਾਵ ਹੋਰਾਂ ਲਈ ਚੀਜ਼ਾਂ ਇਕੱਠੀਆਂ ਕਰਦਾ ਰਿਹਾ। ਜੋ ਕੁਝ ਇਕੱਠਾ ਕੀਤਾ ਉਹ ਤੇ ਹੋਰਾਂ ਲਈ ਸੰਭਾਲ ਲਿਆ। ਅਗਲਿਆਂ ਨੇ, ਭਰਾਵਾਂ ਨੇ ਸੰਭਾਲ ਲਿਆ, ਪੁੱਤਰਾਂ ਨੇ ਸੰਭਾਲ ਲਿਆ, ਔਲਾਦ ਨੇ ਸੰਭਾਲ ਲਿਆ, ਜਿਨ੍ਹਾਂ ਲਈ ਉਹ ਇਕੱਠਾ ਕਰਦਾ ਰਿਹਾ, ਪੁਕਾਰਿਆ ਰਹਿ ਕੇ। ਦੀਵਾਨ ਲੇਖੈ ਨਾ ਭਰਿਆ, ਉਸ ਮਾਲਕ ਦੇ ਦਰ ਤੇ ਲੇਖੇ 'ਚ ਨਹੀਂ ਪਿਆ, ਕਬੂਲ ਨਾ ਹੋਇਆ। ਜੇ ਕਾਰਜ ਰਹਿ ਓਲਾ ਸੋਏ ਕਾਮ ਨਾ ਕਰਿਆ। ਜੇ ਕਾਰ ਜਿਹੜੇ ਕੰਮ ਨਾਲ ਤੇਰੇ ਔਗਣ ਢਕੇ ਜਾਣੇ ਸਨ, ਉਸ ਮਾਲਕ ਵੱਲੋਂ ਓਲਾ ਹੋ ਜਾਣਾ, ਥੋੜਾ ਬਹੁਤਾ ਤੇਰਾ ਢਕ ਜਾਣਾ ਸੀ, ਜਿਹਦੇ ਨਾਲ ਤੇਰਾ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਉਸ ਦੀ ਕਰਮ ਦਾ, ਉਸ ਮੈਂ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦਾ ਕੱਪੜਾ, ਜਿਹਨੂੰ ਮਰਗ ਨੇ ਪ੍ਰੇਮ ਪਟੋਲਾ ਤੈ ਕੋ ਦਿੱਤਾ ਢੱਕਣ ਕੋ ਪਤ ਮੇਰੀ, ਉਹਦੇ ਨਾਲ ਪ੍ਰੇਮ ਨਹੀਂ ਕੀਤਾ। ਉਸ ਮਾਲਕ ਨਾਲ ਜਿਹਨੇ ਤੇਰੇ ਢੱਕ ਲੈਣਾ ਸੀ ਸਾਰਾ। ਉਹ ਮਰਨ ਤੋਂ ਬਾਅਦ ਠੀਕ ਹੈ, 2 ਗਜ ਦਾ ਕੱਪੜਾ ਲੈ ਕੇ ਸੇਵਾ ਢੱਕੀ ਜਾਂਦੇ ਨੇ, ਉਹ ਢੱਕਿਆ ਨਹੀਂ ਜਾਂਦਾ। ਉਹ ਸਵਾਹ ਢੱਕਣਾ ਕੁਝ ਨਹੀਂ ਹੁੰਦਾ, ਢੱਕਣਾ ਤਾਂ ਉਸ ਮਾਲਕ ਨੇ ਸੀ। ਇਸ ਕਰਕੇ ਮਗਰ ਉਹ ਕੰਮ ਨਾ ਕੀਤਾ ਜਿਹਦੇ ਨਾਲ ਤੇਰਾ ਉੱਲਾ ਰਹਿ ਗਿਆ ਸੰਸਾਰ ਵਿੱਚ। ਉਸ ਮਾਲਕ ਦਰ ਤੇ ਕਬੂਲ ਹੋ ਜਾਂਦਾ ਤੂੰ, ਉਹ ਕੰਮ ਨਹੀਂ ਕੀਤਾ। ਐਸੋ ਜਗ ਮੋਹਿ ਗੁਰੂ ਦਿਖਾਇਓ ਤਾਂ ਏਕ ਕੀਰਤ ਗਾਇਆ। ਉੱਪਰ ਵਾਲੀ ਅਵਸਥਾ ਮੈਨੂੰ ਗੁਰੂ ਨੇ ਦਿਖਾ ਦਿੱਤੀ, ਸਮਝਾ ਦਿੱਤੀ। ਇਹ ਸੰਸਾਰ 'ਚ ਆਹ ਕੁਝ ਚੱਲਦਾ ਪਿਆ ਭਰਾਵਾ, ਵੇਖ ਲੈ ਮਿੱਤਰਾ, ਸੰਸਾਰ 'ਚ ਇਹ ਚੱਲਦਾ। ਗੁਰੂ ਨੇ ਸਾਨੂੰ ਦਿਖਾ ਦਿੱਤਾ। ਜਿਹੜੀਆਂ ਚੀਜ਼ਾਂ ਅਸੀਂ ਇਕੱਠੀਆਂ ਕਰਦੇ ਪਏ ਆ, ਜਿਹਦੇ ਪਿੱਛੇ ਦੌੜ ਭੱਜ ਕਰਦੇ ਪਏ ਆ, ਉਹ ਨਾਲ ਨਹੀਂ ਜਾਣਗੀਆਂ। ਤੋ ਏਕ ਕੀਰਤ ਗਾਇਆ, ਉਦੋਂ ਇਸ ਮਨ ਨੇ ਉਸ ਇੱਕ ਨਾਲ ਜੁੜ ਕੇ ਉਹਦੀ ਕੀਰਤੀ ਗਾਈ, ਉਸ ਮਾਲਕ ਨਾਲ ਜੁੜਿਆ, ਉਸ ਪਰਮਾਤਮਾ ਦੀ ਗੁਣਾਂ ਨਾਲ ਸਾਂਝ ਪਾਈ। ਮਾਨ ਤਾਨ ਤਜ ਸਿਆਣਪ ਸ਼ਰਨ ਨਾਨਕ ਆਇਆ। ਉਦੋਂ ਇਹ ਮਨ ਆਪਣੇ ਮਾਨ ਹੰਕਾਰ ਨੂੰ ਛੱਡ ਕੇ ਫਿਰ ਸ਼ਰਨ ਵਿੱਚ ਆ ਗਿਆ। ਜਦੋਂ ਇਹਨੂੰ ਸੋਝੀ ਆ ਗਈ, ਕਿਉਂਕਿ ਸੋਝੀ ਤੇ ਉਹੀ ਦਿੰਦਾ, ਜਾਣਦੇ ਅਸੀਂ ਸਾਰੇ ਆ, ਇਹ 'ਚ ਕੋਈ ਸ਼ੱਕ ਨਹੀਂ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੋ ਸਲਾਤ ਹਾਥ ਦੀਪ ਕੂਏ ਪਰ। ਸਭ ਨੂੰ ਪਤਾ ਹੈ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਤਾ ਅਗਲਿਆਂ ਨੇ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ। ਸਿਗਰਟਾਂ ਦੇ ਉੱਤੇ ਲਿਖਤਾ। ਸਭ ਨੂੰ ਪਤਾ ਹੈ ਕਿ ਨਸ਼ਾ ਕਰਨ ਨਾਲ ਆ ਚੀਜ਼ਾਂ ਹੁੰਦੀਆਂ ਨੇ, ਪਰ ਨਹੀਂ ਹਟਦੇ। ਸਭ ਨੂੰ ਪਤਾ ਹੈ ਕਿ ਰਿਸ਼ਵਤਾਂ ਲੈਣ ਨਾਲ, ਹਰਾਮ ਦੀ ਕਮਾਈ ਕਰਨ ਨਾਲ ਉਹਦਾ ਸਾਡੇ ਮਨ ਤੇ, ਤਨ ਤੇ, ਸਾਡੀ ਔਲਾਦ ਤੇ ਵੀ ਪ੍ਰਭਾਵ ਪੈਂਦਾ ਹੈ, ਪਰ ਲੋਕ ਨਹੀਂ ਹਟਦੇ। ਕਿਉਂਕਿ ਜਿਹਨਾਂ ਨੂੰ ਆਦਤ ਪੈ ਗਈ, ਉਹ ਆਦਤਾਂ ਕਿਰਤ ਕਰਮ ਕੇ ਵਿਛੜੇ, ਉਹ ਕਰਮ ਕਰਦੇ ਕਰਦੇ ਕਿਰਤ ਬਣ ਗਈ, ਸੁਭਾਅ ਬਣ ਗਿਆ। ਉਹ ਸੁਭਾਅ ਨੂੰ ਹਟਾਉਣਾ ਫਿਰ ਔਖਾ ਹੋ ਜਾਂਦਾ ਹੈ। ਜਿਹੜਾ ਸੁਭਾਅ ਬਣ ਗਿਆ, ਆਪਾਂ ਪਿੰਡਾਂ ਦੇ ਲੋਕ ਆ, ਆਪਾਂ ਵੇਖਦੇ ਹਾਂ ਕਿ ਜਿਹੜੇ ਡੰਗਰ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਏ ਨਾ, ਉਹਦੇ ਅੱਗੇ ਭਾਵੇਂ ਜਿੰਨਾ ਮਰਜ਼ੀ ਹਰਾ ਸੁੱਟੀ ਜਾਓ, ਪਰ ਉਹਨੇ ਰੱਸਾ ਹੀ ਚੱਬਣਾ। ਇਸ ਕਰਕੇ ਉਹਨੂੰ ਉਦੋਂ ਹੀ ਸੋਝੀ ਆਉਂਦੀ ਹੈ ਜਦੋਂ ਡੰਡਾ ਪੈਂਦਾ, ਜਦੋਂ ਗੁਰੂ ਕਿਰਪਾ ਕਰਦਾ, ਜਦੋਂ ਗੁਰੂ ਬਖਸ਼ਿਸ਼ ਕਰਦਾ, ਉਹ ਸੋਝੀ ਦਿੰਦਾ। ਉਦੋਂ ਫਿਰ ਮਨੁੱਖ ਸ਼ਰਨ ਵਿੱਚ ਆਉਂਦਾ ਕਿ ਸੱਚੇ ਪਾਤਸ਼ਾਹ ਤੁਸੀਂ ਕਰੋ ਕਿਰਪਾ, ਤੁਸੀਂ ਬਖਸ਼ਿਸ਼ ਕਰੋ, ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ਣਹਾਰ ਹੋ ਤੁਸੀਂ। ਜੇ ਕਿਤੇ ਹੁਣ ਵੀ ਚੱਲ ਪਈਏ ਤਾਂ ਅੱਜ ਤੋਂ ਵੀ ਕੰਮ ਸ਼ੁਰੂ ਹੋ ਸਕਦਾ ਹੈ, ਕਿਉਂਕਿ ਉਹ ਪਿਛਲੇ ਔਗਣ ਬਖਸ਼ ਲਏ। ਪ੍ਰਭ ਆਗੈ ਮਾਰਗ ਪਾਵੈ, ਉਹ ਪ੍ਰਭੂ ਅੱਗੇ ਮਾਰਗ ਪਾ ਦਿੰਦਾ, ਉਹ ਆਪ ਕਿਰਪਾ ਕਰਦਾ ਹੈ। ਹਾਂਜੀ। ਆਸਾ ਮਹੱਲਾ ਪੰਜਵਾਂ। ਆਸਾ ਮਹੱਲਾ ਪੰਜਵਾਂ। ਵਾਪਾਰ ਗੋਬਿੰਦ ਨਾਏ, ਵਾਪਾਰ ਗੋਬਿੰਦ ਨਾਏ। ਸਾਧ ਸੰਤ ਮਨਾਏ, ਸਾਧ ਸੰਤ ਮਨਾਏ। ਪ੍ਰੈ ਪਾਏ ਗੁਣ ਗਾਏ। ਪ੍ਰੈ ਪਾਏ ਗੁਣ ਗਾਏ। ਪੰਚ ਨਾਦ ਤੂਰ ਬਜਾਏ। ਪੰਚ ਨਾਦ ਤੂਰ ਬਜਾਏ। ਰਹਾਓ ਰਹਾਉ।
ਕਿਰਪਾ ਪਾਏ ਸਹਜਾਏ ਦਰਸਾਏ ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ਅਬ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਸੰਤ ਸੇਵ ਪ੍ਰੀਤ ਨਾਥ ਰੰਗ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਜਾਏ ਗੁਰੂ ਗਿਆਨ ਮਨ ਜੁੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਮਨ ਨਿਧਾਨ ਪਾਏ ਸਭ ਤਜੀ ਮਨ ਕੀ ਕਾਮ ਕਰਾਂ ਸਭ ਤੇਰੀ ਮਨ ਕੀ ਕਾਮ ਕਰਾ ਚਿਤ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਮਨ ਬਹੁਤ ਪਿਆਸ ਲੱਗੀ ਹਰ ਦਰਸਨੋਂ ਦਿਖਾਵੋ ਮੋਹਿ ਤੁਮ ਬਤਾਵੋ ਹਰ ਦਰਸ਼ਨ ਦਿਖਾਵੋ ਮੋਹਿ ਤੁਮ ਬਤਾਵੋ ਨਾਨਕ ਦੀਨ ਸ਼ਰਨ ਆਏ ਗਲ ਲਾਏ ਨਾਨਕ ਦੀਨ ਸਰਨ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ। ਬਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰਿਆ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ। ਰਹਾਉ ਰਹਾਉ ਦੀ ਇਸ ਪੰਕਤੀ ਵਿੱਚ ਪੰਚਮ ਪਾਤਸ਼ਾਹ ਮੈਂ ਕਹਿੰਦੇ ਬਾਪਾਰ ਗੋਬਿੰਦ ਨਾਏ। ਜਦੋਂ ਅਸੀਂ ਗੋਬਿੰਦ ਦੇ ਨਾਮ ਦਾ ਵਪਾਰ ਕੀਤਾ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਤੇ ਮੈਂ ਕਹਿੰਦੇ ਸਾਧ ਸੰਤ ਮਨਾਏ। ਜਦੋਂ ਗੁਰੂ ਕੇ ਪਿਆਰੇ ਮਨਾਉਣਾ ਹੁੰਦਾ ਹੈ ਉਹਨਾਂ ਦੇ ਦੱਸੇ ਮਾਰਗ ਅਨੁਸਾਰ ਅਸੀਂ ਚੱਲ ਪਏ। ਮੰਨੇ ਕੀ ਗਤ ਕਹੀ ਨਾ ਜਾਏ। ਜੋ ਉਸ ਮੰਨ ਲਿਆ ਜੋ ਬਾਣੀ ਕਹਿੰਦੀ ਹੈ ਜੋ ਉਹਨਾਂ ਗੁਰਮੁਖ ਪਿਆਰਿਆਂ ਨੇ ਸਾਨੂੰ ਦੱਸਿਆ ਸੰਗਤ ਵਿੱਚ ਆਏ ਜਦੋਂ ਉਹ ਮਨਾਏ ਪ੍ਰਿਆ ਪਾਏ ਕਰੇ ਮਾਲਕ ਨੂੰ ਪਾ ਲਏ ਗੁਣ ਗਾਏ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕੀਤਾ ਪੰਜ ਨਾਦ ਤੂਰ ਬਜਾਏ। ਉਦੋਂ ਮਨ ਅੰਦਰ ਸਾਡੇ ਧੁਰ ਅੰਦਰ ਦਸਮ ਦਵਾਰ ਚੌਥਾ ਪਦ ਨਿਜ ਕਰ ਇਹ ਪੰਜ ਤੂਰ ਵੱਜ ਗਏ। ਉਦੋਂ ਸਤ ਸੰਤੋਖ ਦਇਆ ਧਰਮ ਸਹਿਜ ਇਹ ਗੂੰਜ ਉੱਠੇ ਅੰਦਰ। ਪਹਿਲਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਗੂੰਜਦਾ ਸੀ ਫਿਰ ਉਲਟ ਹੋ ਗਿਆ ਹੁਣ ਸਾਰਾ ਕੰਮ। ਰਹਾਓ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ। ਕਹਿੰਦੀ ਕਿਰਪਾ ਪਾਏ ਉਹਦੀ ਕਿਰਪਾ ਹੋਈ ਉਸ ਮਾਲਕ ਦੀ ਬਖਸ਼ਿਸ਼ ਹੋਈ। ਕਿਰਪਾ ਪਾਏ ਸਹਜਾਏ ਦਰਸਾਏ ਸਹਿਜ ਨਾਲ ਉਸ ਮਾਲਕ ਦੇ ਦਰਸ਼ਨ ਹੋਏ। ਅਬ ਰਾਤਿਆ ਮਨ ਗੋਬਿੰਦ ਸਿਉ ਕਹਿੰਦੇ ਹੁਣ ਮਨ ਉਸ ਗੋਬਿੰਦ ਨਾਲ ਰੱਤਾ ਹੋਇਆ ਭਿੱਜ ਗਿਆ। ਸੰਤ ਸੇਵ ਪ੍ਰੀਤ ਨਾਥ ਰੰਗ ਲਾਲਣ ਲਾਏ। ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਤੇ ਪ੍ਰੀਤ ਕਰਕੇ ਪ੍ਰੇਮ ਪਾ ਕੇ ਉਸ ਪਿਆਰੇ ਨਾਲ ਉਹ ਨਾਥ ਹੈ ਮਾਲਕ ਸਾਰੀ ਸ੍ਰਿਸ਼ਟੀ ਦਾ ਨਾਥ ਰੰਗ ਲਾਲਣ ਲਾਏ। ਉਸ ਮਾਲਕ ਨਾਲ ਉਸ ਪਿਆਰੇ ਨਾਲ ਲਾਲ ਤੋਂ ਭਾਵ ਹੈ ਪ੍ਰੇਮ ਦੀ ਖੇਡ ਸਿਮਰਨ ਨਾਮ ਉਹਦੇ ਗੁਣਾਂ ਨਾਲ ਸਾਂਝ ਪੈ ਗਈ ਸਾਡੀ। ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ। ਗੁਰ ਗਿਆਨ ਮਨ ਦ੍ਰਿੜਾਏ ਗੁਰੂ ਦਾ ਦਿੱਤਾ ਹੋਇਆ ਗਿਆਨ ਜਦੋਂ ਮਨ ਦੁਆਰਾ ਦ੍ਰਿੜ ਕੀਤਾ ਪੱਕਾ ਕਰ ਲਿਆ ਅੰਦਰ ਬਾਣੀ ਨੂੰ। ਰਹਿਸਾਏ ਕਹਿੰਦੇ ਰਹੱਸ ਅੰਦਰ ਬਣ ਗਿਆ। ਇੱਕ ਇਸ ਤਰ੍ਹਾਂ ਦਾ ਰਹੱਸ ਬਣ ਗਿਆ ਜਿਹਨੂੰ ਕਿ ਉਸ ਆਨੰਦ ਨੂੰ ਅਸੀਂ ਕਿਸੇ ਕੋਲੇ ਬਿਆਨ ਨਹੀਂ ਕਰ ਸਕਦੇ। ਨਹੀਂ ਆਏ ਸਹਜਾਏ ਕਹਿੰਦੇ ਹੁਣ ਮੁੜ ਕੇ ਵਾਪਸ ਨਹੀਂ ਆਏ ਉਸ ਅਵਸਥਾ ਤੋਂ। ਹੁਣ ਸਹਿਜ ਵਾਲੀ ਅਵਸਥਾ 'ਚ ਮਨ ਟਿਕ ਗਿਆ। ਹੁਣ ਆਉਣਾ ਜਾਣਾ ਮਨ ਦਾ ਬੰਦ ਹੋ ਗਿਆ। ਮਨ ਨਿਧਾਨ ਪਾਏ ਕਿਉਂਕਿ ਮਨ ਨੇ ਉਹ ਖਜ਼ਾਨੇ ਪ੍ਰਾਪਤ ਕਰ ਲਏ। ਉਹ ਖਜ਼ਾਨਾ ਨਾਮ ਦਾ ਮਨ ਨੇ ਪ੍ਰਾਪਤ ਕਰ ਲਿਆ। ਸਭ ਤਜੀ ਮਨੈ ਕੀ ਕਾਮ ਕਰਾ। ਉਦੋਂ ਇਹ ਮਨ ਦੀਆਂ ਕਾਮਨਾਵਾਂ ਜਿਹੜਾ ਮਨ ਦੌੜਿਆ ਫਿਰਦਾ ਸੀ ਨਾ ਪਦਾਰਥਾਂ ਦੇ ਪਿੱਛੇ ਕਹਿੰਦੇ ਸਭ ਤਿਆਗ ਦਿੱਤਾ ਇਸ ਮਨ ਨੇ ਉਸੇ ਵੇਲੇ। ਕਿਉਂਕਿ ਜਦੋਂ ਮਨ ਨੂੰ ਨਾਮ ਰੂਪੀ ਪਦਾਰਥ ਮਿਲ ਗਿਆ
ਦੁਨੀਆ ਦੀ ਪਦਾਰਥ ਉਹਨੇ ਉਸੇ ਵੇਲੇ ਤਿਆਗ ਦਿੱਤੀ, ਉਸੇ ਵੇਲੇ। ਸਭ ਤਜੀ ਮਨੈ ਕੀ ਕਾਮ ਕਰਾ, ਚਿਰ 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 ਭਇਆ, ਮਨ ਬਹੁਤ ਪਿਆਸ ਲਾਗੀ। ਮਹਾਰਾਜ 4 ਵਾਰ ਕਹਿੰਦੇ ਨੇ ਚਿਰ 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 ਭਇਆ। हे ਪ੍ਰਭੂ ਜੀ, ਜਦੋਂ ਮਨ ਜਾਗਿਆ ਨਾ, ਉਦੋਂ ਫਿਰ ਪਤਾ ਲੱਗਿਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੀ ਕਹਿ ਰਵਿਦਾਸ ਆਸ ਲੱਗ ਜੀਵ। ਚਿਰ ਭਇਓ ਦਰਸ਼ਨ ਦੇ। ਉਦੋਂ ਫਿਰ ਮਨ ਕਿਹਾ ਕਿ ਚਿਰ 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 ਬੜਾ ਚਿਰ ਹੋ ਗਿਆ, ਕਈ ਜਨਮ ਨਿਕਲ ਗਏ, ਕਈ ਜਨਮ ਨਿਕਲ ਗਏ ਤੇਰੇ ਦਰਸ਼ਨ ਕੀਤਿਆਂ। ਸੱਚੇ ਪਾਤਸ਼ਾਹ ਕਿਰਪਾ ਕਰ, ਮਨ ਨੂੰ ਤੇਰੇ ਦਰਸ਼ਨਾਂ ਦੀ ਹੁਣ ਪਿਆਸ ਹੈ। ਪਹਿਲਾਂ ਤੇ ਪਦਾਰਥਾਂ ਦੀ ਪਿਆਸ ਸੀ ਨਾ, ਕਹਿੰਦੇ ਹੁਣ ਤੇਰੇ ਦਰਸ਼ਨਾਂ ਦੀ ਪਿਆਸ ਹੈ। ਇਹਨੂੰ ਪਿਆਸ ਲੱਗ ਗਈ, ਤੇ ਜਦੋਂ ਮਨ ਪਿਆਸ ਲੱਗਦੀ ਤੇ ਫਿਰ ਭਾਲ ਕਰਦਾ ਹੈ। ਜਿੰਨਾ ਚਿਰ ਪਿਆਸ ਨਹੀਂ ਉਹਨਾਂ ਚਿਰ ਭਾਲ ਨਹੀਂ ਕਰਦਾ ਬੰਦਾ, ਉਹਨਾਂ ਚਿਰ ਪਾਣੀ ਨਹੀਂ ਮੰਗਦਾ। ਫਿਰ ਭਾਵੇਂ ਪਾਣੀ ਦੀ ਬਾਲਟੀ ਚੁੱਕੀ ਫਿਰੋ, ਤੇ ਪਾਣੀ ਦੀ ਕੀਮਤ ਹੀ ਉਦੋਂ ਪੈਂਦੀ ਜਦੋਂ ਪਿਆਸ ਲੱਗੀ ਹੋਵੇ। ਕਿ ਉਦੋਂ ਮਨ ਨੂੰ ਪਿਆਸ ਲੱਗੀ, ਕਿਉਂਕਿ ਮਨ ਜਾਗ ਪਿਆ। ਹਰ ਦਰਸ਼ਨੋਂ ਦਿਖਾਵੋ, ਮੋਹਿ ਤੁਮ ਬਤਾਵੋ। ਇਹ ਪ੍ਰਭੂ ਜੀ, ਸਾਨੂੰ ਦਰਸ਼ਨ ਦਿਖਾਵੋ, ਦੱਸੋ, ਸਾਨੂੰ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਨਾਨਕ ਦੀਨ ਸ਼ਰਨ ਆਏ ਗਲ ਲਾਏ। ਤੇ ਨਾਲ ਹੀ ਤਰੀਕਾ ਦੱਸਿਆ ਕਿ ਇਹਨੂੰ ਦੀਨ ਬਣ ਕੇ, ਨੀਵੇਂ ਬਣ ਕੇ, ਨਿਮਾਣੇ ਬਣ ਕੇ, ਹਉਮੈ ਨੂੰ ਤਿਆਗ ਕੇ ਆਪਣੀ ਨੂੰ ਉਹਦੀ ਸ਼ਰਨ ਵਿੱਚ ਆਏ ਤਾਂ ਉਸ ਪ੍ਰਭੂ ਨੇ ਗਲ ਨਾ ਲਾ ਦੇ। ਆਪ ਨੂੰ ਤਰੀਕਾ ਦੱਸਿਆ ਮਹਾਰਾਜ ਨੇ ਕਿ ਜਦੋਂ ਉਸ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਤਾਂ ਹੰਕਾਰ ਨੂੰ ਤਿਆਗ ਦੇ। ਅਰਜੂ ਹੰਕਾਰ ਨਾ ਭਾਵੇ। ਜਦੋਂ ਅਸੀਂ ਨੀਵੇਂ ਹੋ ਕੇ, ਨਿਮਾਣੇ ਹੋ ਕੇ ਉਹਦੀ ਸ਼ਰਨ ਵਿੱਚ ਆਏ, ਆਪਣੀ ਮੈਂ ਨੂੰ ਛੱਡ ਕੇ, ਤੇ ਉਸ ਪ੍ਰਭੂ ਨੇ ਗਲ ਨਾਲ ਲਾ ਲਿਆ। ਉਸੇ ਵੇਲੇ ਕਿਰਪਾ ਕੀਤੀ। ਇਸ ਕਰਕੇ ਉਹਦੇ ਅੱਗੇ ਅਰਦਾਸ ਕਰ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਕਿਉਂਕਿ ਭਗਤ ਕਬੀਰ ਸਾਹਿਬ ਬਾਣੀ ਚ ਸਪਸ਼ਟ ਕਰਦੇ ਨੇ, ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਅਸੀਂ ਪ੍ਰਮਾਤਮਾ ਦੇ ਗਰਭ ਵਿੱਚ ਆਏ, ਉਸ ਜਿਹੜਾ ਇਹ ਰਾਮ ਗਰਭ ਹੈ ਨਾ, ਇਹ ਸੰਗਤ ਹੈ। ਜਦੋਂ ਸੰਗਤ ਵਿੱਚ ਆਏ ਅਸੀਂ, ਉਦੋਂ ਸਾਡਾ ਜੀਵਨ ਬਣਨਾ ਸ਼ੁਰੂ ਹੋਇਆ। ਜਿਵੇਂ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਅੰਗ ਬਣਦੇ ਨੇ ਹੌਲੀ ਹੌਲੀ, ਇਸ ਤਰ੍ਹਾਂ ਸਾਡਾ ਜੀਵਨ ਬਣਦਾ। ਉਹ ਜਦੋਂ ਬਣਦਾ ਜਦੋਂ ਉਹ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਦੋਂ ਉਹਦਾ ਜਨਮ ਹੋ ਜਾਂਦਾ ਹੈ। ਉਦੋਂ ਜਨਮ ਸਾਡਾ ਆਤਮਿਕ ਜਨਮ ਹੈ ਗੁਰੂ ਦੇ ਘਰ ਵਿੱਚ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਦੋਂ ਸਤਿਗੁਰ ਦੇ ਘਰ 'ਚ ਜਨਮ ਹੋਇਆ ਸਾਡਾ, ਉਦੋਂ ਗਵਨ ਮਿਟ ਗਿਆ। ਆਵਾ ਗਾਉਣ, ਜੰਮਣ ਮਰਨ ਦਾ ਗੇੜ ਉਦੋਂ ਮਿਟਿਆ। ਇਸ ਕਰਕੇ ਸਭ ਤੋਂ ਪਹਿਲਾਂ ਲੋੜ ਹੈ ਆਪਣੇ ਹੰਕਾਰ ਨੂੰ ਤਿਆਗ ਕੇ, ਆਪਣੀ ਮੈਂ ਨੂੰ ਛੱਡ ਕੇ, ਆਪਣੀ ਹੰਗਤਾ ਨੂੰ ਛੱਡ ਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ। ਤੇ ਸ਼ਰਨ ਵਿੱਚ ਆ ਕੇ ਜੋ ਗੁਰੂ ਕਹਿੰਦਾ ਉਹਨੂੰ ਮੰਨ ਲਈਏ, ਧਿਆ ਲਈਏ, ਤੇ ਗੁਰੂ ਕਿਰਪਾ ਕਰਦਾ ਫਿਰ ਗੁਰੂ ਗਲ ਨਾਲ ਲਾ ਲੈਂਦਾ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। मेरे राम हम बारक हर प्रभ के हैं ए आणे। हम बारक हर प्रभ के हैं।